ਜਦੋਂ ਭਾਰਤ ਸਰਕਾਰ ਨੇ ਖੇਤੀ ਸੰਬੰਧੀ 3 ਬਿੱਲ ਪਾਸ ਕੀਤੇ ਆ, ਕਿਸਾਨ ਜਥੇਬੰਦੀ ਨੇ ਉਸੇ ਵੇਲੇ ਹੀ ਇਸ ਨੂੰ ਪੜ੍ਹ ਕੇ ਵਿਚਾਰ ਕੇ ਕਿਹਾ ਕਿ ਇਹ ਖੇਤੀ ਵਾਸਤੇ ਘਾਤਕ ਨੇ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਲਗਭਗ 3 ਮਹੀਨੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਕੀਤਾ, ਟੋਲ ਪਲਾਜ਼ੇ ਰੋਕੇ, ਰੇਲਵੇ ਗੱਡੀਆਂ ਰੋਕੀਆਂ। ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਰੋਕਣ ਦਾ ਯਤਨ ਕੀਤਾ, ਅਥਰੂ ਗੈਸ ਚਲਾਏ, ਟੀਅਰ ਗੈਸ ਛੱਡੀ, ਲਾਠੀ ਚਾਰਜ ਕੀਤਾ, ਵੱਡੇ ਵੱਡੇ ਟੋਏ ਪੱਟੇ ਗਏ, ਬੈਰੀਕੇਡ ਬਣਾਏ ਗਏ ਤੇ ਫਿਰ ਇੰਨਾ ਰੋਹ ਜਾਗਿਆ ਜਿਵੇਂ ਮਹਾਰਾਜ ਦੀ ਬਾਣੀ ਦਾ ਹੁਕਮ ਹੈ, ਜਿਵੇਂ ਬਾਣ ਲੱਗ ਗਿਓ ਤਬੈ ਰੋਸ ਜਾਗਿਓ। ਉਸ ਢੰਗ ਦੇ ਨਾਲ ਬੜਾ ਵੱਡਾ ਰੋਹ ਪੈਦਾ ਹੋਇਆ ਤੇ ਆਪੋ ਆਪਣੇ ਢੰਗ ਦੇ ਨਾਲ ਲੋਕ ਟਰਾਲੀਆਂ ਲੈ ਕੇ ਤੁਰ ਪਏ, ਕਿਉਂਕਿ ਇਹ 1947 ਵਾਲਾ ਕਿਸਾਨ ਨਹੀਂਗਾ। ਉਦੋਂ ਸਿਰਫ ਮਿਹਨਤੀ ਕਿਸਾਨ ਸੀ। ਅੱਜ ਜਿਹੜਾ ਕਿਸਾਨ ਹੈ ਉਹ ਪੜ੍ਹਿਆ ਲਿਖਿਆ ਹੈ, ਮੌਕੇ ਦੇ ਹਾਲਾਤ ਨੂੰ ਜਾਣਦਾ ਹੈ। ਪਿਛਲੇ 1.5 ਮਹੀਨੇ ਤੋਂ ਅਸੀਂ ਇੱਥੇ ਬੈਠੇ ਹਾਂ, ਕਿਸੇ ਦੁਕਾਨਦਾਰ ਦਾ ਕੋਈ ਲਾਂਭਾ ਨਹੀਂ, ਕਿਸੇ ਦਰਖਤ ਤੋਂ ਦਾਤਨ ਤੱਕ ਨਹੀਂ ਤੋੜੀ। ਸਾਡਾ ਜਿਹੜੀ ਲੜਾਈ ਹੈ ਉਹ ਮੋਦੀ ਸਰਕਾਰ ਨਾਲ ਹੈ ਤੇ ਇੱਧਰ ਜਿਹੜੀ ਧਿਰ ਹੈ ਉਹ ਕਿਸਾਨ ਹੈ। ਉਹ ਭਾਵੇਂ ਕਿਸਾਨ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਭਾਵੇਂ ਉਹ ਯੂਪੀ ਦਾ, ਪੰਜਾਬ ਦਾ, ਹਰਿਆਣੇ ਦਾ ਹੈ। ਹੈਲੀਪੈਡ 2 ਬਣਾਏ ਸੀ ਜਿੱਥੇ ਹੈਲੀਕਾਪਟਰ ਨੇ ਉਤਰਨਾ ਸੀ, ਦੋਨੇ ਹੀ ਹੈਲੀਪੈਡ ਪੱਟ ਦਿੱਤੇ ਗਏ ਤੇ ਜਿਹੜੀ ਸਪੇਸ ਸੀ ਉੱਤੇ ਕਬਜ਼ਾ ਕਰ ਲਿਆ। ਬਦਰੰਗ ਮੁੜਨਾ ਪਿਆ ਉਹ ਖੱਟਰ ਨੂੰ ਆਪਣੇ ਮੰਤਰੀਆਂ ਸਮੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਿੱਖ ਚੈਨਲ ਨਾਲ ਬਣੇ ਹੋਏ ਹੋ। ਕਿਸਾਨ ਸੰਘਰਸ਼ ਹੈ ਜਿਹੜਾ ਉਹ ਨਿਰੰਤਰ ਅੱਗੇ ਚੱਲਦਾ ਜਾ ਰਿਹਾ ਹੈ। ਸਰਕਾਰਾਂ ਨਾਲ ਮੱਥੇ ਕਿਸਾਨ ਲਾਈ ਬੈਠੇ ਨੇ। ਹੁਣ ਸਾਡੇ ਨਾਲ ਨੇ ਭਾਈ ਜਸਵੀਰ ਸਿੰਘ ਰੋਡੇ ਜੀ, ਜੋ ਕਿ ਸਾਬਕਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ। ਕਰਾਂਗੇ ਕਿਸਾਨ ਸੰਘਰਸ਼ ਦੇ ਬਾਬਤ ਕਿ ਇਹ ਸੰਘਰਸ਼ ਕਿਵੇਂ ਹੁਣ ਚੱਲ ਰਿਹਾ ਹੈ, ਕਿਹੜੀਆਂ ਸਥਿਤੀਆਂ ਦੇ ਵਿੱਚ ਹੈ ਅਤੇ ਕੌਮ ਨੂੰ ਕੀ ਇੱਥੋਂ ਸਿੱਖਣ ਨੂੰ ਮਿਲ ਰਿਹਾ ਹੈ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਿੱਖ ਚੈਨਲ ਦੇ ਉੱਤੇ ਸਵਾਗਤ ਹੈ ਜੀ। ਧੰਨਵਾਦ ਆਪ ਜੀ ਦਾ ਵੀ, ਬਹੁਤ ਬਹੁਤ ਧੰਨਵਾਦ। ਜਿਹੜੇ ਹੁਣ ਦੇ ਹਾਲਾਤ ਨੇ ਉਹ ਕਿਵੇਂ ਚੱਲ ਰਹੇ ਨੇ, ਕਿ ਕਿਵੇਂ ਦੇ ਹਾਲਾਤ ਲੱਗ ਰਹੇ ਨੇ? ਦੇਖੋ, ਸ਼ੁਰੂ ਤੋਂ ਲੈ ਕੇ ਹੀ ਹਾਲਾਤ ਸਥਿਰ ਬਣਾਏ ਹੋਏ ਆ, ਕਿਉਂਕਿ ਜਦੋਂ ਭਾਰਤ ਸਰਕਾਰ ਨੇ ਖੇਤੀ ਸੰਬੰਧੀ 3 ਬਿੱਲ ਪਾਸ ਕੀਤੇ ਆ, ਕਿਸਾਨ ਜਥੇਬੰਦੀ ਨੇ ਉਸੇ ਵੇਲੇ ਹੀ ਇਸ ਨੂੰ ਪੜ੍ਹ ਕੇ ਵਿਚਾਰ ਕੇ ਕਿਹਾ ਕਿ ਇਹ ਖੇਤੀ ਵਾਸਤੇ ਘਾਤਕ ਨੇ, ਕਿਸਾਨਾਂ ਲਈ ਨੁਕਸਾਨਦੇਹ ਆ, ਇਹ ਕਿਸਾਨ ਮਾਰੂ ਬਿੱਲ ਹੈ। ਇਸ ਤਰ੍ਹਾਂ ਦੇ ਸਲੋਗਨ ਦੇ ਕੇ ਇਹਨਾਂ ਨੇ, ਕਿਸਾਨ ਜਥੇਬੰਦੀਆਂ ਨੇ ਪਹਿਲਾਂ ਲਗਭਗ 3 ਮਹੀਨੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਕੀਤਾ, ਟੋਲ ਪਲਾਜ਼ੇ ਰੋਕੇ, ਰੇਲਵੇ ਗੱਡੀਆਂ ਰੋਕੀਆਂ, ਹੋਰ ਬਹੁਤ ਵੱਡਾ ਸੰਘਰਸ਼ ਕੀਤਾ। ਪਰ ਭਾਰਤ ਸਰਕਾਰ ਨੇ ਇਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਫਿਰ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਦਾ ਇੱਕ ਸਲੋਗਨ ਦਿੱਤਾ ਸੀ, ਜਿਹਦੇ ਵਿੱਚ ਮੈਂ ਸਮਝਦਾ ਹਾਂ ਵੀ ਜੇ ਕਿਸਾਨਾਂ ਨੂੰ ਨਾ ਰੋਕਿਆ ਜਾਂਦਾ, ਸਮੂਥਲੀ ਆ ਜਾਂਦੇ, ਤੇ ਸ਼ਾਇਦ ਏਡਾ ਵੱਡਾ ਇਹ ਸੰਘਰਸ਼ ਨਾ ਰੂਪ ਧਾਰਨ ਕਰਦਾ। ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਰੋਕਣ ਦਾ ਯਤਨ ਕੀਤਾ, ਅਥਰੂ ਗੈਸ ਚਲਾਏ, ਟੀਅਰ ਗੈਸ ਛੱਡੀ, ਲਾਠੀ ਚਾਰਜ ਕੀਤਾ, ਵੱਡੇ ਵੱਡੇ ਟੋਏ ਪੱਟੇ ਗਏ, ਬੈਰੀਕੇਡ ਬਣਾਏ ਗਏ, ਉਸ ਨੂੰ ਜਿਸ ਢੰਗ ਨਾਲ ਕਿਸਾਨ ਨੌਜਵਾਨਾਂ ਨੇ, ਸਿੱਖ ਨੌਜਵਾਨਾਂ ਨੇ ਆਪਣੇ ਟਰੈਕਟਰਾਂ ਨਾਲ, ਆਪਣੇ ਬਾਜੂ ਬਲ ਦੇ ਨਾਲ ਵੱਡੇ ਵੱਡੇ ਬੈਰੀਕੇਡ ਚੱਕ ਕੇ ਦਰਿਆਵਾਂ 'ਚ ਸੁੱਟ ਦਿੱਤੇ ਤੇ ਬਹੁਤ ਹਿੰਮਤ ਦੇ ਨਾਲ ਟੀਅਰ ਗੈਸ ਦਾ ਮੁਕਾਬਲਾ ਕੀਤਾ, ਪਰ ਸ਼ਾਂਤ ਰਹੇ। ਪਰ ਉਹ ਇੱਥੇ ਆਉਣ ਦੇ ਵਿੱਚ ਕਾਮਯਾਬ ਹੋਏ ਜਦੋਂ ਟੈਲੀਵਿਜ਼ਨ ਤੇ, ਸੋਸ਼ਲ ਮੀਡੀਆ ਤੇ ਪੰਜਾਬ ਦੇ ਹੋਰ ਨੌਜਵਾਨਾਂ ਨੇ ਵੇਖਿਆ ਕਿ ਸਾਡੇ ਨਾਲ ਆਹ ਹਰਕਤਾਂ ਕਰ ਰਹੀਆਂ ਸਰਕਾਰਾਂ, ਤੇ ਫਿਰ ਇੰਨਾ ਰੋਹ ਜਾਗਿਆ ਜਿਵੇਂ ਮਹਾਰਾਜ ਦੀ ਬਾਣੀ ਦਾ ਹੁਕਮ ਹੈ, ਜਿਵੇਂ ਬਾਣ ਲੱਗ ਗਿਓ ਤਬੈ ਰੋਸ ਜਾਗਿਓ। ਉਸ ਢੰਗ ਦੇ ਨਾਲ ਬੜਾ ਵੱਡਾ ਰੋਹ ਪੈਦਾ ਹੋਇਆ ਤੇ ਆਪੋ ਆਪਣੇ ਢੰਗ ਦੇ ਨਾਲ ਲੋਕ ਟਰਾਲੀਆਂ ਲੈ ਕੇ ਤੁਰ ਪਏ। ਤੇ ਤੁਸੀਂ ਵੇਖ ਰਹੇ ਹੋ ਹੁਣ ਦਿੱਲੀ ਦੇ 4 ਹੀ ਬਾਰਡਰਾਂ ਦੇ ਉੱਪਰ ਬਹੁਤ ਵੱਡੇ ਕਾਫਲੇ, ਮੀਲਾਂ ਤੱਕ, 15-15 ਮੀਲ ਤੱਕ ਕਾਫਲੇ ਜਾਮ ਲੱਗੇ ਹੋਏ ਨੇ। ਕਿਸਾਨ ਆਗੂਆਂ ਦੀ ਜਿਹੜੀ ਕਾਰਜਕਾਰੀ ਹੈ ਜਾਂ ਅਗਵਾਈ ਹੈ, ਉਹ ਕਿਸਾਨ ਸੰਘਰਸ਼ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਕਿ ਸਹੀ ਹੈ ਜੀ? ਅਸੀਂ ਸਮਝਦੇ ਹਾਂ ਕਿ ਬਹੁਤ ਹੀ ਕਾਬਲੇ ਤਾਰੀਫ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ, ਕਿਉਂਕਿ ਇਹ 1947 ਵਾਲਾ ਕਿਸਾਨ ਨਹੀਂਗਾ। ਉਦੋਂ ਸਿਰਫ ਮਿਹਨਤੀ ਕਿਸਾਨ ਸੀ। ਅੱਜ ਜਿਹੜਾ ਕਿਸਾਨ ਹੈ ਉਹ ਪੜ੍ਹਿਆ ਲਿਖਿਆ ਹੈ, ਮੌਕੇ ਦੇ ਹਾਲਾਤ ਨੂੰ ਜਾਣਦਾ ਹੈ ਤੇ ਇਹਨਾਂ ਕਾਨੂੰਨਾਂ ਨੂੰ ਵੀ ਜਾਣਦਾ ਹੈ ਤੇ ਖੇਤੀ ਤੇ ਹੋ ਰਹੀ ਲਾਗਤ ਨੂੰ, ਉਹਦੀ ਪ੍ਰਾਫਟ ਨੂੰ, ਉਹਦੀ ਮਾਰਕੀਟਿੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਇਸ ਕਰਕੇ ਜਿਹੜੀਆਂ 30-31 ਕਿਸਾਨ ਜਥੇਬੰਦੀਆਂ ਨੇ ਆਪਣੇ ਆਗੂ ਚੁਣੇ ਨੇ, ਉਹਨਾਂ ਨੇ ਇੰਨੇ ਢੁਕਵੀਂ ਅਗਵਾਈ ਦਿੱਤੀ ਹੈ ਤੇ ਢੁਕਵੇਂ ਜਵਾਬ ਦਿੱਤੇ ਆ ਕੇਂਦਰ ਸਰਕਾਰ ਨੂੰ, ਲਾਜਵਾਬ ਕੀਤਾ ਹੋਇਆ ਹੈ। ਵੱਡੀ ਗੱਲ ਇਹ ਵੀ ਉਹਨਾਂ ਦੀ ਸਫਲਤਾ ਦਾ ਇੱਕ ਵੱਡਾ ਰਾਜ ਹੈ ਕਿ ਟੋਟਲ ਸਾਰੇ ਸੰਘਰਸ਼ ਨੂੰ, ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਇਕੱਤਰ ਕਰਕੇ ਇਹਨੂੰ ਸ਼ਾਂਤਮਈ ਸਟਰਗਲ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਹੈ। ਬਿਲਕੁਲ ਪਿਛਲੇ 1.5 ਮਹੀਨੇ ਤੋਂ ਅਸੀਂ ਇੱਥੇ ਬੈਠੇ ਹਾਂ,
ਕਿਸੇ ਦੁਕਾਨਦਾਰ ਦਾ ਕੋਈ ਲਾਂਭਾ ਨਹੀਂ, ਕਿਸੇ ਦਰਖਤ ਤੋਂ ਦਾਤਨ ਤੱਕ ਨਹੀਂ ਤੋੜੀ। ਏਡਾ ਵੱਡਾ ਹੀ ਸ਼ਾਂਤਮਈ ਜਿਹੜਾ ਇਹਨੇ ਰੱਖਿਆ ਹੋਇਆ, ਇਹ ਇਹਨਾਂ ਦੀ ਕਾਮਯਾਬੀ ਆ। ਔਰ ਜਿਹੜੀ ਕਿਸਾਨ ਨਾਲ ਦੀ ਨਾਲ ਰੋਜ਼ ਦੀ ਰੋਜ਼ ਮੀਟਿੰਗ ਕਰਦੇ ਆ, ਰੋਜ਼ ਦੀ ਰੋਜ਼ ਉਹਨੂੰ ਰਿਲੀਜ਼ ਕਰਦੇ ਆ, ਤਾਂ ਕਿ ਸੰਗਤ ਵਿੱਚ ਕੋਈ ਭਰਮ ਭੁਲੇਖਾ ਨਾ ਪਵੇ। ਦੁਨੀਆ ਦੇ ਵਿੱਚ ਆਪਣੀ ਗੱਲ ਰੱਖ ਰਹੇ ਕਿ ਸਰਕਾਰ ਆਹ ਕੁਝ ਚਾਹੁੰਦੀ ਹੈ, ਅਸੀਂ ਆਹ ਚਾਹੁੰਦੇ ਆ, ਸਾਡੇ ਨਾਲ ਧੋਖਾ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਇਹ ਕੁਝ ਸਟੇਜ ਤੇ ਦੱਸਿਆ ਜਾ ਰਿਹਾ ਹੈ। ਤੇ ਦੂਸਰੀ ਗੱਲ, ਜਿਹੜਾ ਰਾਜਨੀਤਿਕ ਪਾਰਟੀਆਂ ਨਾਲ ਭਾਵੇਂ ਇੱਥੇ ਜਿੰਨਾ ਕਿਸਾਨ ਬੈਠਾ ਹੈ ਉਹ ਕਿਸੇ ਨਾ ਕਿਸੇ ਰਾਜਨੀਤਿਕ ਜਥੇਬੰਦੀ ਨਾਲ ਜੁੜਿਆ ਹੋਇਆ ਸੀ, ਕੋਈ ਗੱਲ ਨਹੀਂ, ਪਰ ਉਹਨਾਂ ਨੇ ਰਾਜਨੀਤਿਕ ਰੰਗਤ ਤੋਂ ਇਸ ਮੰਚ ਨੂੰ ਬਿਲਕੁਲ ਇਸ ਸੰਘਰਸ਼ ਨੂੰ ਦੂਰ ਰੱਖਿਆ, ਤਾਂ ਕਿ ਜਿਹੜਾ ਸਾਡਾ ਇੱਥੇ ਸਲੋਗਨ ਹੈ, ਸਾਡਾ ਜਿਹੜੀ ਲੜਾਈ ਹੈ ਉਹ ਮੋਦੀ ਸਰਕਾਰ ਨਾਲ ਹੈ, ਤੇ ਇੱਧਰ ਜਿਹੜੀ ਧਿਰ ਹੈ ਉਹ ਕਿਸਾਨ ਹੈ। ਉਹ ਭਾਵੇਂ ਕਿਸਾਨ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਭਾਵੇਂ ਉਹ ਯੂਪੀ ਦਾ, ਪੰਜਾਬ ਦਾ, ਹਰਿਆਣੇ ਦਾ ਹੈ। ਇਸ ਨੂੰ ਵੀ ਇਕੱਤਰ ਕਰਨ ਦੇ ਵਿੱਚ ਇਹਨਾਂ ਨੇ ਵੱਡੀ ਕਾਮਯਾਬੀ ਰੱਖੀ ਹੈ। ਇਸ ਕਰਕੇ ਮੈਂ ਸਮਝਦਾ ਕਿ ਜਿਹੜੇ 31 ਜਥੇਬੰਦੀਆਂ ਦੇ ਕਿਸਾਨ ਆਗੂ ਹੈ ਉਹ ਬਹੁਤ ਹੀ ਸਿਆਣਪ ਭਰੀ, ਦਲੇਰੀ ਭਰੀ ਅਤੇ ਸੂਝਵਾਨ ਜਿਹੜੀ ਅਗਵਾਈ ਦੇ ਰਹੇ ਆ। ਖੱਟਰ ਸਰਕਾਰ ਦਾ ਕੱਲ ਵਿਰੋਧਤਾ ਕੀਤੀ ਗਈ ਹੈ ਕਰਨਾਲ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਵੱਲੋਂ, ਪਰ ਖੱਟਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਜੋ ਕਿ ਇਲਜ਼ਾਮ ਲਗਾਇਆ, ਉਹਨਾਂ ਦਾ ਕਹਿਣਾ ਹੈ ਕਿ ਆਗੂਆਂ ਵੱਲੋਂ ਕਿਸਾਨਾਂ ਨੂੰ ਭੜਕਾਇਆ ਗਿਆ, ਤਾਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਖੱਟੜ ਪਹਿਲੇ ਦਿਨ ਤੋਂ ਹੀ ਜਿਵੇਂ ਬੇਨਤੀ ਕੀਤੀ ਹੈ ਕਿ ਜਦੋਂ 26 ਨਵੰਬਰ ਨੂੰ ਸਿੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਤੋਂ ਦਿੱਲੀ ਆ ਰਹੀਆਂ ਸੀ, ਉਹਦੇ ਤੇ ਜਿਸ ਢੰਗ ਨਾਲ ਤਸ਼ੱਦਦ ਕੀਤਾ ਗਿਆ, ਬਿਆਨਬਾਜ਼ੀ ਖੱਟਰ ਵੱਲੋਂ ਕੀਤੀ ਗਈ ਕਿ ਇਹ ਪੰਜਾਬ ਦੇ ਕੁਝ ਗੁੰਮਰਾਹ ਹੋਏ ਕਿਸਾਨ ਨੇ, ਇਹਨਾਂ ਨੂੰ ਹੋਰ ਕਿਸੇ ਸਟੇਟ ਦਾ ਸਮਰਥਨ ਨਹੀਂ ਹੈ। ਖਾਸ ਕਰਕੇ ਜਿਹੜੇ ਹਰਿਆਣੇ ਦੇ ਕਿਸਾਨ ਹੈ ਉਹਨਾਂ ਦਾ ਕੋਈ ਇਹਦੇ ਨਾਲ ਕਰੋਸਾਰ ਨਹੀਂ, ਕੋਈ ਲੈਣ ਦੇਣ ਨਹੀਂ ਹੈ। ਉਦੋਂ ਵੀ ਹਰਿਆਣੇ ਦੇ ਕਿਸਾਨਾਂ ਨੇ ਠਿਕਰੀ ਬਾਰਡਰ ਤੇ ਪਹੁੰਚ ਕੇ, ਕੁੰਡਲੀ ਬਾਰਡਰ ਤੇ ਪਹੁੰਚ ਕੇ ਕਾਨਫਰੰਸਾਂ ਕੀਤੀਆਂ, ਪ੍ਰੈਸ ਕਾਨਫਰੰਸਾਂ ਰਾਹੀਂ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ। ਖੱਟਰ ਝੂਠ ਬੋਲ ਰਿਹਾ ਹੈ। ਖੱਟਰ ਨੂੰ ਖੇਤੀ ਸੰਬੰਧੀ ਜਿੰਨੀ ਵੀ ਕਾਰਗੁਜ਼ਾਰੀ ਉਹਦੇ ਬਾਰੇ ਕੋਈ ਲੈਣ ਦੇਣ ਨਹੀਂ, ਕੋਈ ਤਾਲੁਕਾਤ ਨਹੀਂ। ਤੇ ਜਿਹੜਾ ਕੱਲ ਵਾਪਰਿਆ ਉਹ ਤੇ ਖੱਟਰ ਦੇ ਮੂੰਹ ਤੇ ਇੱਕ ਤਕੜੀ ਚਪੇੜ ਹੈ ਕਿ ਜਿਹੜਾ ਬੰਦਾ ਕਹਿ ਰਿਹਾ ਸੀ ਕਿ ਸਾਡੀ ਸਟੇਟ ਦਾ ਇਹ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀਂ, ਤੇ ਕਰਨਾਲ ਦੇ ਏਰੀਏ ਵਿੱਚ ਪੂਰੇ ਕਿਸਾਨਾਂ ਨੇ ਉਹਦਾ ਪੂਰਾ ਪੰਡਾਲ ਘੇਰਿਆ। ਹੈਲੀਪੈਡ 2 ਬਣਾਏ ਸੀ ਜਿੱਥੇ ਹੈਲੀਕਾਪਟਰ ਨੇ ਉਤਰਨਾ ਸੀ, ਦੋਨੇ ਹੀ ਹੈਲੀਪੈਡ ਪੱਟ ਦਿੱਤੇ ਗਏ ਤੇ ਜਿਹੜੀ ਸਟੇਜ ਸੀ ਉੱਤੇ ਕਬਜ਼ਾ ਕਰ ਲਿਆ। ਬਦਰੰਗ ਮੁੜਨਾ ਪਿਆ ਉਹ ਖੱਟਰ ਨੂੰ ਆਪਣੇ ਮੰਤਰੀਆਂ ਸਮੇਤ। ਜਿੰਨੇ ਕੁ ਮੰਤਰੀ ਉਹਨਾਂ ਨੇ ਘੇਰ ਲਏ ਸੀ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ, ਪਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ, ਮੰਚ ਤੇ ਚੜ੍ਹਨ ਨਹੀਂ ਦਿੱਤਾ, ਕਿਹਾ ਕਿ ਤੁਸੀਂ ਕਿਸਾਨ ਵਿਰੋਧੀ ਹੋ, ਇਸ ਕਰਕੇ ਅਸੀਂ ਤੁਹਾਡਾ ਵਿਰੋਧ ਕਰ ਰਹੇ ਹਾਂ। ਹਾਲੇ ਵੀ ਜੇ ਖੱਟਰ ਜਾਂ ਮੋਦੀ ਸਰਕਾਰ ਕਵੇ ਕਿ ਜਿੱਥੇ ਭਾਜਪਾ ਦੀ ਸਰਕਾਰ ਹੈ, ਆਪਣਾ ਬੋਲਬਾਲਾ ਸਮਝਦੇ ਆ, ਉਹਨਾਂ ਸਟੇਟਾਂ ਦੇ ਵਿੱਚ ਏਡਾ ਵੱਡਾ ਵਿਰੋਧ ਹੋ ਰਿਹਾ ਹੈ ਤੇ ਇਹ ਗਰਾਊਂਡ ਰਿਐਲਿਟੀ ਨੂੰ ਹਲੇ ਵੀ ਨਾ ਸਮਝ ਸਕਣ ਤੇ ਇਦੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਇਸ ਕਰਕੇ ਖੱਟਰ ਨੂੰ ਵੀ ਜਿਹੜੀ ਅਸਲੀਅਤ ਹੈ ਉਹ ਸੈਂਟਰ ਸਰਕਾਰ ਤੱਕ ਪਹੁੰਚਦੀ ਕਰਨੀ ਚਾਹੀਦੀ ਹੈ, ਨਾ ਕਿ ਇਹੋ ਜਿਹੇ ਬਲੇਮ ਲਾਵੇ ਕਿ ਕੁਝ ਗੁੰਮਰਾਹ ਹੋਏ ਲੋਕਾਂ ਦੀ ਗੱਲ ਕਿੰਨਾ ਕਹਿਣਗੇ। ਕਿਉਂਕਿ ਉੱਥੇ ਇਹਨਾਂ ਨੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਹਜ਼ਾਰਾਂ ਦੀ ਗਿਣਤੀ 'ਚ ਫੋਰਸ ਲਾਈ, ਇੰਨਾ ਪ੍ਰਬੰਧ ਕੀਤਾ, ਕੁਝ ਗੁੰਮਰਾਹ ਹੋਏ ਬੰਦੇ ਕਿਵੇਂ ਰੋਕ ਸਕਦੇ ਆ? ਇਹ ਸਾਰਾ ਝੂਠ ਹੈ ਖੱਟਰ ਦਾ। ਹੱਲੇ ਵੀ ਜਿਹੜੀ ਉਹਦੇ ਨਾਲ ਜਿੰਨਾ ਪੰਜਾਬ ਹਰਿਆਣੇ ਦੇ ਕਿਸਾਨਾਂ ਨੇ ਏਕਤਾ ਦੇ ਸਹਿਤ ਖੱਟਰ ਦਾ ਜੋ ਵਿਰੋਧ ਕੀਤਾ, ਮੂੰਹ ਤੋੜ ਜਵਾਬ ਦਿੱਤਾ ਹੈ, ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਉਹ। ਵਿਸਾਖੀ ਦਾ ਤਿਉਹਾਰ ਅੱਗੇ ਨੇੜੇ ਆ ਰਿਹਾ ਏ, ਲੋਹੜੀ ਦਾ ਤੇ ਵਿਸਾਖੀ ਜੋ ਮਨਾਈ ਜਾਣੀ ਹੈ, ਕੀ ਕਿਸਾਨ ਆਗੂ ਨੇ ਜਿਹੜੇ ਜਾਂ ਕਿਸਾਨ ਨੇ ਉਹ ਇੱਥੇ ਹੀ ਆਪਣੀ ਲੋਹੜੀ ਮਨਾਉਣਗੇ ਜਾਂ ਫਿਰ ਉਹ ਤੋਂ ਪਹਿਲਾਂ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ? ਦੇਖੋ, ਕਿਸਾਨਾਂ ਦੇ ਇਹ ਜਿਹੜਾ ਹੱਲ ਕੱਢਣਾ ਹੈ, ਕਿਸਾਨਾਂ ਨੇ ਤਾਂ 2 ਟੁਕ ਗੱਲ ਕਰ ਦਿੱਤੀ ਵੀ ਇਹ ਜਿਹੜੇ ਕਾਨੂੰਨ ਹੈ ਇਹ ਕਿਸਾਨ ਵਿਰੋਧੀ ਹੈ, ਇਹ ਕਿਸਾਨ ਮਾਰੂ ਹੈ, ਇਹਨਾਂ ਕਾਨੂੰਨਾਂ ਨੂੰ ਤੁਸੀਂ ਵਾਪਸ ਲੈ ਲਓ। ਇਹਦੇ ਵਿੱਚ ਹੀ ਦੇਸ਼ ਦਾ ਭਲਾ ਹੈ, ਦੇਸ਼ ਦੀ ਅਮਨ ਸ਼ਾਂਤੀ ਹੈ, ਦੇਸ਼ ਦੀ ਤਰੱਕੀ ਆ। ਇਹ ਇਕੱਲੇ ਪੰਜਾਬ ਦਾ ਸੰਘਰਸ਼ ਨਹੀਂ ਰਿਹਾ, ਇਹ ਭਾਰਤ ਭਰ ਦੇ ਕਿਸਾਨਾਂ ਦਾ, ਕੇਵਲ ਕਿਸਾਨਾਂ ਦਾ ਵੀ ਨਹੀਂ ਰਿਹਾ, ਕਿਉਂਕਿ ਕਿਸਾਨੀ ਤਾਂ ਇੱਕ ਧੁਰਾ ਹੈ। ਜਿੰਨਾ ਵਪਾਰੀ ਹੈ, ਦੁਕਾਨਦਾਰ ਹੈ, ਮਜ਼ਦੂਰ ਹੈ, ਉਹ ਸਾਰਾ ਇਸ ਖਿੱਤੇ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਇਹਦੇ ਨਾਲ ਵਪਾਰੀ ਵੀ, ਹੁਣ ਤੁਸੀਂ ਦੇਖਿਆ ਵਾਹਿਗੁਰੂ ਮੋਦੀ ਇੱਕ ਪਾਸੇ ਕਹਿੰਦਾ ਹੈ ਕਿ ਜਿਹੜੇ ਮੈਂ ਕਾਨੂੰਨ ਬਣਾਏ ਸਹੀ ਹੈ, ਮੇਰੇ ਨਾਲ ਕਾਨੂੰਨੀ ਗੱਲ ਕਰੋ। ਹੁਣ ਦੇਖੋ, ਭਾਰਤ ਸਰਕਾਰ ਦੀ ਸੁਪਰੀਮ ਕੋਰਟ ਦੀ ਜਿੰਨੀ ਬਾਰ ਹੈ ਉਹ ਤਾਂ ਕਿਸਾਨਾਂ ਨਾਲ ਖੜੀ ਹੈ, ਤੇ ਕਾਨੂੰਨ ਵੇਖਣੇ ਕਿਸ ਨੇ ਹੈ? ਜੇ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਖੜੀ ਹੈ ਇੱਥੇ, ਤੇ ਫਿਰ ਹਲੇ ਵੀ ਇਹ ਗੱਲ ਕਹਿਣੀ ਚਾਹੁੰਦੇ ਵੀ ਕਾਨੂੰਨ ਦੇ ਤੌਰ ਤੇ ਤੁਸੀਂ ਮੇਰੇ ਨਾਲ ਨਜਿੱਠ ਲਓ, ਇਹ ਤੇ ਬੜੀ ਸ਼ਰਮਨਾਕ ਗੱਲ ਹੈ। ਇਸ ਕਰਕੇ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਹੁਣ ਮਾਘੀ ਆ ਰਹੀ ਹੈ, ਫਿਰ ਵਿਸਾਖੀ ਆਏਗੀ, ਇਹ ਤਾਂ ਸਾਲ ਦੇ ਵਿੱਚ ਜਿੰਨੇ ਵੀ ਤਿਉਹਾਰ ਆਉਂਦੇ ਆ
ਦ੍ਰਿੜਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਕਿਸਾਨ ਇੱਥੇ ਮਨਾਉਣਗੇ। ਇਹਦਾ ਇੱਕ ਵੱਡਾ ਸਬੂਤ ਤੁਸੀਂ ਦੇਖਿਆ ਪਿਛਲਾ ਹਫ਼ਤਾ ਜਿਹੜਾ ਲੰਘਿਆ ਬਰਸਾਤ ਦਾ ਸੀਗਾ। ਆਹ ਤਰਪਾਲਾਂ ਚੁੰਦੀਆਂ ਸੀ, ਬਿਸਤਰੇ ਭਿੱਜ ਗਏ, ਪਾਉਣ ਵਾਲੇ ਕੱਪੜੇ ਭਿੱਜ ਗਏ, ਬੂਟ ਭਿੱਜ ਗਏ, ਜਰਾਬਾਂ ਭਿੱਜ ਗਈਆਂ। ਪਰ ਤੁਸੀਂ ਦੇਖਿਆ ਹੋਊਗਾ, ਅਸੀਂ ਇੱਥੇ ਰਹਿ ਕੇ ਦੇਖਿਆ, ਹਰ ਟੈਂਟ ਦੇ ਵਿੱਚੋਂ ਨਿਤਨੇਮ ਹੋ ਰਿਹਾ ਹੈ, ਵਾਹਿਗੁਰੂ ਦਾ ਜਾਪ ਹੋ ਰਿਹਾ ਹੈ, ਲੰਗਰ ਚੱਲ ਰਹੇ ਨੇ। ਪਰ ਜਦੋਂ ਇਕੱਠੇ ਹੁੰਦੇ ਨੇ, ਇੰਨੀਆਂ ਹੱਡ ਚੀਰ ਵੀ ਹਵਾਵਾਂ ਠੰਡੀਆਂ ਵਗਦੀਆਂ, ਪਰ ਇਹ ਕਿਸਾਨ ਕਹਿੰਦੇ ਨੇ ਜੋ ਮਰਜ਼ੀ ਹੋ ਜੇ। ਇੱਕ ਕਿਸਾਨ ਆਗੂ ਨੇ ਉੱਥੇ ਭਵਨ ਦੇ ਵਿੱਚ, ਜਿੱਥੇ ਇਹਨਾਂ ਦੀ ਗੱਲਬਾਤ ਚੱਲਦੀ ਸੀ, ਉੱਥੇ ਕ੍ਰਿਸ਼ੀ ਭਵਨ ਦੇ ਵਿੱਚ ਇਹ ਕਿਸਾਨ ਆਗੂ ਨੇ, ਜਿਹਨੇ ਕੇਸਰੀ ਦਸਤਾਰ ਵੀ ਸਜਾਈ ਸੀ ਤੇ ਇਹ ਸਲੋਗਨ ਦਿੱਤਾ ਸੀ, ਜਿੱਤਾਂਗੇ ਜਾਂ ਮਰਾਂਗੇ। ਉਹ ਵਾਕਿਆ ਹੀ ਇੱਥੋਂ ਦਾ ਤੁਸੀਂ ਦ੍ਰਿਸ਼ ਦੇਖ ਸਕਦੇ ਆ। ਸਭ ਦੀ ਇਹੀ ਭਾਵਨਾ ਹੈ ਵੀ ਜਾਂ ਜਿੱਤਾਂਗੇ ਜਾਂ ਮਰਾਂਗੇ। ਹੁਣ ਇੱਥੋਂ ਉੱਠ ਕੇ ਨਹੀਂ ਜਾਂਦੇ। ਪੰਥਕ ਅਕਾਲੀ ਲਹਿਰ ਜਾਂ ਇੰਟਰਨੈਸ਼ਨਲ ਪੰਥਕ ਦਲ ਹੈ ਜੋ ਆਪਣਾ, ਉਹ ਇਸ ਸਲੋਗਨ ਦੇ ਨਾਲ ਖੜਾ ਜੀ। ਅਸੀਂ ਦ੍ਰਿੜਤਾ ਦੇ ਨਾਲ ਇਹ ਸਲੋਗਨ ਨਾਲ ਖੜੇ ਆ, ਕਿਉਂਕਿ ਅਸੀਂ ਪਹਿਲੇ ਦਿਨ ਜਦੋਂ ਇੱਥੇ ਮੈਡੀਕਲ ਕੈਂਪ ਲਾਇਆ ਸੀ 2 ਦਸੰਬਰ ਨੂੰ, ਉਦੋਂ ਹੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਜਦੋਂ ਤੱਕ ਇਹ ਕਿਸਾਨ ਸੰਘਰਸ਼ ਚੱਲੇਗਾ, ਇਹ 10 ਦਿਨਾਂ 'ਚ ਖਤਮ ਹੋ ਜੇ, ਇਹ 10 ਸਾਲਾਂ 'ਚ ਖਤਮ ਹੋਵੇ, ਇਹ ਸਰਕਾਰ ਦੇ ਹੱਥ ਵਿੱਚ ਹੈ। ਪਰ ਸੰਗਤ ਦੇ ਸਹਿਯੋਗ ਨਾਲ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਡੀਆਂ ਸੇਵਾਵਾਂ ਮੈਡੀਕਲ ਦੀਆਂ ਵੀ, ਰਿਹਾਇਸ਼ ਦੀਆਂ ਵੀ ਤੇ ਲੰਗਰ ਦੀਆਂ ਵੀ, ਇਹ ਨਿਰੰਤਰ ਉਦੋਂ ਤੱਕ ਜਾਰੀ ਰਹਿਣਗੀਆਂ। ਸਾਡਾ ਇਹ ਯਤਨ ਰਹੇਗਾ ਕਿ ਅਸੀਂ ਕਿਸਾਨਾਂ ਦੀ ਮਦਦ ਕਰ ਸਕੀਏ। ਦੂਜੀ ਮੈਂ ਬੇਨਤੀ ਕਰਾਂ ਕਿ ਅਸੀਂ ਤੇ ਸਪੋਰਟਰ ਹਾਂ, ਅਸੀਂ ਹਰ ਸਪੋਰਟ ਕਰਾਂਗੇ। ਜਿਹੜਾ ਫੈਸਲਾ ਕਰਨਾ ਹੈ ਉਹ ਕਰਨਾ ਹੈ ਕਿਸਾਨ ਆਗੂਆਂ ਨੇ। ਜੋ ਫੈਸਲਾ ਲੈਣਗੇ ਅਸੀਂ ਤਨ ਮਨ ਧਨ ਦੇ ਨਾਲ, ਦ੍ਰਿੜਤਾ ਦੇ ਨਾਲ ਉੱਤੇ ਪਹਿਰਾ ਦੇਵਾਂਗੇ। ਗੱਲ ਕਰੀਏ ਕੌਮ ਦੀ, ਕਿ ਕੌਮ ਵੱਡੇ ਪੱਧਰ ਉੱਤੇ ਸ਼ਮੂਲੀਅਤ ਕਰ ਰਹੀ ਹੈ, ਪਰ ਕੌਮ ਨੇ ਕੀ ਖੱਟਿਆ ਸੰਘਰਸ਼ ਦੇ ਵਿੱਚੋਂ? ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਕੌਮ ਨੂੰ ਕੀ ਪ੍ਰਾਪਤੀਆਂ ਹੋਈਆਂ ਨੇ ਇਸ ਸੰਘਰਸ਼ ਦੇ ਵਿੱਚ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕੌਮ ਨੇ ਹੁਣ ਤੱਕ, ਹਾਲਾਂਕਿ ਜਿਹੜੀ ਜਿੱਤ ਪ੍ਰਾਪਤ ਹੋਣੀ ਉਦੋਂ ਹੋਣੀ ਹੈ ਜਦੋਂ ਇਹ ਤਿੰਨੇ ਹੀ ਬਿੱਲ ਜਿਹੜੇ ਆ ਭਾਰਤ ਸਰਕਾਰ ਵਾਪਸ ਲੈ ਲੂਗੀ, ਰੱਦ ਕਰ ਦੂਗੀ। ਅੱਜ ਤੱਕ ਜੇ 1.5 ਮਹੀਨਾ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਕੇ ਜਿਹੜੀਆਂ ਪ੍ਰਾਪਤੀਆਂ ਹੋਈਆਂ, ਜੇ ਉਹਨਾਂ ਦਾ ਵਰਣਨ ਕਰੀਏ ਤੇ ਉਹ ਵੀ ਬੇਅੰਤ ਨੇ। ਜਿਹੜਾ 40 ਸਾਲਾਂ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਨੇ ਸਾਡੇ ਤੇ ਇੱਕ ਠੱਪਾ ਲਾਇਆ ਸੀ, ਇੱਕ ਸਾਨੂੰ ਇਹੋ ਜਿਹੇ ਘੇਰੇ 'ਚ ਲਿਆ ਕੇ ਖੜਾ ਕਰਤਾ ਸੀ ਆਪਣੇ ਮੀਡੀਆ ਨਾਲ, ਆਪਣੀਆਂ ਏਜੰਸੀਆਂ ਨਾਲ, ਆਪਣੇ ਸਾਧਨਾਂ ਨਾਲ, ਕਿ ਸਿੱਖ ਬੜੇ ਖੂੰਖਾਰ ਹੈ, ਸਿੱਖ ਬੜੇ ਅੱਤਵਾਦੀ ਹੈ, ਇਹ ਬੜੀ ਇਸ ਤਰ੍ਹਾਂ ਦੀ ਕੌਮ ਹੈ ਕਿ ਪਤਾ ਨਹੀਂ ਕਿਹਨੂੰ ਲੁੱਟ ਲਏ, ਕਿਹਦੇ ਨਾਲ ਰੇਪ ਕਰ ਦੇਵੇ, ਕੀ ਹੋ ਜਾਵੇ। ਇਹੋ ਜਿਹਾ ਸਾਡਾ ਚਿਹਰਾ ਬਣਾਤਾ ਸੀ। ਅਸੀਂ ਕਰੋੜਾਂ ਰੁਪਈਆ ਲਾ ਕੇ ਵੀ ਅਸੀਂ ਸਦੀਆਂ ਤੱਕ ਇਸ ਬਲੇਮ ਨੂੰ ਧੋ ਨਹੀਂ ਸੀ ਸਕਦੇ। ਕਿੰਨਾ ਕੁ ਪ੍ਰਚਾਰ ਕਰ ਲੈਂਦੇ। ਪਰ ਜਦੋਂ ਲੋਕਾਂ ਨੂੰ ਇੱਥੇ ਬੈਠ ਕੇ ਇਕੱਠੇ ਬੈਠਣ ਦਾ ਮੌਕਾ ਮਿਲਿਆ, ਪਹਿਲ ਕੀਤੀ ਪੰਜਾਬ ਨੇ। ਪੰਜਾਬ ਦੇ ਵਿੱਚ ਫਿਰ ਹਰਿਆਣਾ ਆ ਗਿਆ, ਰਾਜਸਥਾਨ ਆ ਗਿਆ, ਬਿਹਾਰ ਆ ਗਿਆ, ਈਵਨ ਪ੍ਰਧਾਨ ਮੰਤਰੀ ਦੀ ਸਟੇਟ ਜਿਹੜੀ ਹੈ ਗੁਜਰਾਤ, ਉਹ ਵੀ ਆ ਗਏ। ਇੱਥੇ 10 ਦਿਨ 20 ਦਿਨ ਮਹੀਨਾ ਬੈਠੇ। ਉਹਨਾਂ ਨੂੰ ਪਤਾ ਲੱਗਾ ਵੀ ਇਹ ਪੰਜਾਬੀ ਤੇ ਇੱਕ ਰੱਬ ਦਾ ਰੂਪ ਸੇਵਾ ਕਰਨ ਵਾਲੇ ਲੋਕ ਹੈ, ਇਹਨਾਂ ਦਾ ਚਿਹਰਾ ਮੂਹਰਾ ਕਿਉਂ ਵਿਗਾੜਿਆ ਗਿਆ। ਜਿਵੇਂ ਜਿਵੇਂ ਨਾਲ ਬੈਠੇ ਸੇਵਾ 'ਚ ਨਾਲ ਲੱਗੇ, ਉਹਨਾਂ ਨੂੰ ਪਤਾ ਲੱਗਾ। ਫਿਰ ਇੱਥੋਂ ਤੱਕ ਜਦੋਂ ਇਹ ਕਿਹਾ ਗਿਆ ਕਿ ਇਹਨਾਂ ਨੂੰ ਖਾਲਿਸਤਾਨੀਆਂ ਦੀ ਸਪੋਰਟ ਹੈ, ਇਹ ਕੁਝ ਖਾਲਿਸਤਾਨੀ ਲੋਕ ਨੇ ਜਿਹੜੇ ਮੰਗ ਕਰ ਰਹੇ ਨੇ, ਇਹ ਕਿਸਾਨ ਨਹੀਂ। ਫਿਰ ਕੁਝ ਹਿੰਦੂ ਵੀਰਾਂ ਨੇ, ਹਰਿਆਣੇ ਦਿਆਂ ਨੇ ਸਟੇਜ ਤੇ ਜਾ ਕੇ ਇਹ ਗੱਲ ਕਹੀ ਵੀ ਜੇ ਆਪਣੇ ਹੱਕ ਮੰਗਣੇ ਖਾਲਿਸਤਾਨੀ ਹੈ ਤੇ ਫਿਰ ਅਸੀਂ ਹਿੰਦੂ ਖਾਲਿਸਤਾਨੀ ਹੈ। ਇੱਕ ਮੁਸਲਮਾਨ ਨੌਜਵਾਨ ਨੇ ਕਿਹਾ ਕਿ ਜੇ ਆਪਣੇ ਹੱਕ ਮੰਗਣੇ, ਆਹ ਜਿਹੜੀ ਕੌਮ ਜਿਹੜੀ ਇੱਥੇ ਸੇਵਾ ਕਰ ਰਹੀ, ਤੁਸੀਂ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਆ ਤੇ ਫਿਰ ਅਸੀਂ ਵੀ ਖਾਲਿਸਤਾਨੀ ਆ। ਇਸੇ ਤਰ੍ਹਾਂ ਹੀ ਦੇਖੋ, ਅੱਜ ਹਰ ਬੰਦਾ ਜਿਹੜਾ ਇੱਥੇ ਬੈਠਾ ਹੈ ਉਹ ਕਹਿੰਦੇ ਸਾਨੂੰ ਖਾਲਿਸਤਾਨੀ। ਹੁਣ ਕਹਿਣੋਂ ਹਟ ਗਏ। ਸਰਕਾਰ ਨੂੰ ਪਤਾ ਲੱਗ ਗਿਆ ਵੀ ਜੇ ਹਰਿਆਣੇ ਦੇ ਲੋਕ ਵੀ ਕਹਿੰਦੇ ਵੀ ਅਸੀਂ ਖਾਲਿਸਤਾਨੀ ਆ, ਜੇ ਇੱਥੇ ਬਿਹਾਰ ਦੇ ਵੀ ਕਹਿੰਦੇ ਖਾਲਿਸਤਾਨੀ ਆ, ਤੇ ਫਿਰ ਕੱਲੇ ਸਿੱਖਾਂ ਨੂੰ ਕਹਿ ਕੇ ਕੀ ਕਰ ਲਾਂਗੇ। ਇਹ ਸਾਡਾ ਜਿਹੜਾ ਸਾਡੇ ਤੇ ਬਲੇਮ ਲੱਗਾ ਸੀ ਨਾ, ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕਦਮ ਸਾਫ਼ ਹੋ ਗਿਆ। ਸਿੱਖਾਂ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਸੰਗਤ ਦੇ ਸਾਹਮਣੇ ਸਪਸ਼ਟ ਹੋ ਗਿਆ। ਇਹਨਾਂ ਦੇ ਹਮੇਸ਼ਾ ਹੀ ਕੇਂਦਰ ਦਾ ਡਬਲ ਚਿਹਰਾ ਰਿਹਾ, ਡਬਲ ਹੀ ਰੋਲ ਰਿਹਾ। ਜਦੋਂ ਰਵੀ ਸਿੰਘ ਵਰਗੇ ਬੰਦੇ ਖਾਲਸਾ ਏਡ ਲੈ ਕੇ ਗੁਜਰਾਤ ਪਹੁੰਚਦੇ ਨੇ, ਬਿਹਾਰ ਪਹੁੰਚਦੇ ਨੇ, ਹੇਮਕੁੰਟ ਸਾਹਿਬ ਪਹੁੰਚਦੇ ਨੇ, ਜਿੱਥੇ ਦੂਜੀਆਂ ਸੀਟਾਂ ਜਾ ਕੇ ਕੋਈ ਆਫਤ ਆਉਂਦੀ ਹੈ, ਕੋਈ ਬਾੜ ਆਉਂਦੀ ਹੈ, ਕੋਈ ਹੁਣ ਕਰੋਨਾ ਦੀ ਬਿਮਾਰੀ ਪਈ, ਸਾਰੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਨੇ ਲੰਗਰ ਲਾਏ, ਦਵਾਈਆਂ ਦਿੱਤੀਆਂ, ਮੈਡੀਕਲ ਦੀ ਸਹੂਲਤ ਦਿੱਤੀ। ਉਦੋਂ ਤਾਂ ਸਿੱਖ ਦੇਵਤੇ ਆ। ਜਦੋਂ ਆਪਦੀ ਗੱਲ ਕਰਦੇ ਆ, ਆਪਦੀ ਖੇਤੀ ਦੀ ਗੱਲ ਕਰਦੇ ਆ, ਉਹਦੇ ਭਰਾਵਾਂ ਨਾਲ ਖੜਾਉਂਦੇ ਆ, ਉਦੋਂ ਸਿੱਖ ਦੁਸ਼ਮਣ ਆ, ਉਦੋਂ ਸਿੱਖ ਖਾਲਿਸਤਾਨੀ ਹੈ। ਮੈਂ ਇਹ ਗੱਲ ਕਹਿਣੀ ਚਾਹਣਾ ਹੈ ਤੁਹਾਡੇ ਜਰੀਏ, ਤੁਹਾਡੇ ਮੀਡੀਆ ਦੇ ਰਾਹੀਂ, ਸਿੱਖ ਚੈਨਲ ਦੇ ਰਾਹੀਂ, ਕਿ ਦੇਖੋ ਆਹ ਜਿਹੜੇ ਲੋਕ ਬੈਠੇ ਆ, ਇਹ ਕੋਈ ਚਾਈਨਾ ਤੋਂ ਨਹੀਂ ਆਏ, ਕੋਈ ਪਾਕਿਸਤਾਨ ਤੋਂ ਨਹੀਂ ਆਏ।
ਜਿਹੜੀ ਅਸਲੀਅਤ ਗਵਰਨਮੈਂਟ ਨੂੰ ਸਮਝਣੀ ਚਾਹੀਦੀ ਹੈ। ਜਿਹੜਾ ਦੁਸ਼ਮਣ ਹੁੰਦਾ ਨਾ, ਉਹ ਹਮੇਸ਼ਾ ਦਾ ਭਾਲਦਾ ਹੁੰਦਾ ਹੈ ਕਿ ਸਾਨੂੰ ਕਦੋਂ ਦਾ ਲੱਗੇ। ਐਡਾ ਵੱਡਾ ਜਿਹੜੀ ਸਟਰਗਲ ਦੇ ਨਾਲ ਸਿੱਧਾ ਪੰਗਾ ਲੈ ਕੇ ਭਾਰਤ ਸਰਕਾਰ ਬੇਫਿਕਰ ਕੋ ਨਹੀਂ ਬੈਠ ਸਕਦੀ। ਇੱਕ ਪਾਸੇ ਚਾਈਨਾ ਹੈ, ਇੱਕ ਪਾਸੇ ਪਾਕਿਸਤਾਨ ਹੈ। ਕਿਹੜਾ ਮਿੱਤਰ ਦੇਸ਼ ਹੈ ਜਿਹਦੀ ਹੱਦ ਭਾਰਤ ਨਾਲ ਲੱਗਦੀ ਹੈ? ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਫਿਕਰ ਹੋ ਕੇ, ਬੇਖਬਰ ਹੋ ਕੇ ਮੋਦੀ ਵਰਗਾ ਬੰਦਾ ਏਡੀ ਵੱਡੀ ਸਟਰਗਲ ਖੜੀ ਕਰ ਲਵੇ ਜਿਹਦਾ ਕੋਈ ਮਤਲਬ ਹੀ ਨਹੀਂ। ਜਿਹੜੇ ਸਿੱਖ ਚਾਹੁੰਦੇ ਜੇ ਇਹ ਲੋਕ ਰਾਜ ਹੈ, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਆ, ਲੋਕ ਰਾਜ ਹੁੰਦਾ ਕੀ ਹੈ? ਜਿਹਦੇ ਵਿੱਚ ਲੋਕਾਂ ਦੀ ਰਾਏ ਹੈ। ਲੋਕਾਂ ਦੀ ਰਾਏ ਸਰਕਾਰ ਦੀ ਉਲਟ ਹੈ। ਲੋਕ ਸੜਕਾਂ ਤੇ ਪਏ ਨੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਜੋ ਮੈਂ ਕਹਿ ਦਿੱਤਾ, ਜੋ ਮੇਰੇ ਮੂੰਹ ਚੋਂ ਨਿਕਲ ਗਿਆ ਉਹੀ ਕਾਨੂੰਨ ਹੈ, ਉਹੀ ਸੱਚਾਈ ਹੈ। ਇਹੋ ਜਿਹੀ ਸਥਿਤੀ ਵਿੱਚ ਦੇਸ਼ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ ਹੈ। ਮੈਨੂੰ ਭਾਵੇਂ ਕੁਝ ਵੀ ਕਹਿਣ, ਸਾਡੀ ਬੈਕਗ੍ਰਾਉਂਡ ਲੈ ਕੇ, ਸਾਡਾ ਪਿਛੋਕੜ ਲੈ ਕੇ, ਜੋ ਮਰਜ਼ੀ ਕਹਿ ਦੇਣ, ਪਰ ਇਹ ਸੱਚਾਈ ਹੈ ਕਿ ਜੇ ਮੋਦੀ ਆਪਣੀ ਜਿੱਤ ਤੇ ਰਿਹਾ, ਆਪਣੀ ਅੜੀ ਤੇ ਰਿਹਾ, ਕੇਵਲ ਭਾਰਤ ਦਾ ਅਮਨ ਕਾਨੂੰਨ ਭੰਗ ਨਹੀਂ ਹੋਵੇਗਾ, ਇੱਥੇ ਦਾ ਭਾਈਚਾਰਾ ਹੀ ਖਤਮ ਨਹੀਂ ਹੋਵੇਗਾ, ਇਹ ਦੇਸ਼ ਟੁੱਟ ਸਕਦਾ। ਇਹ ਦੇਸ਼ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ ਹੈ। ਇਹ ਇਕੱਲਾ ਮੈਂ ਨਹੀਂ ਕਹਿ ਰਿਹਾ। ਤੁਸੀਂ ਡਾਕਟਰ ਸੁਬਰਾਮਣੀਅਮ ਸਵਾਮੀ ਦੀ ਇੱਕ ਇੰਟਰਵਿਊ ਪਿਛਲੇ 5 ਦਿਨ ਪਹਿਲਾਂ ਤੋਂ ਸੁਣੀ ਹੋਣੀ ਹੈ। ਉਹਨੂੰ ਇੱਕ ਪੱਤਰਕਾਰ ਨੇ ਪੁੱਛਿਆ ਸੀ, ਹਾਲਾਂਕਿ ਉਹ ਭਾਜਪਾ ਦਾ MP ਹੈ, ਸੀਨੀਅਰ ਵਕੀਲ ਵੀ ਹੈ। ਉਹਨੂੰ ਪੁੱਛਿਆ ਸੀ ਕਿ ਤੈਨੂੰ ਕੀ ਲੱਗਦਾ ਹੈ ਕਿ ਸਿੱਖਾਂ ਦੀ ਜਿਹੜੀ ਵੋਟ ਬੈਂਕ ਹੈ ਉਹ ਭਾਜਪਾ ਨੇ ਤੋੜ ਲਈ, ਖਤਮ ਕਰ ਲਈ? ਕਹਿੰਦਾ ਉਹ ਤੇ ਬਿਲਕੁਲ ਤੋੜ ਲਈ, ਪਰ ਮੈਨੂੰ ਇਸ ਚੀਜ਼ ਦਾ ਖਤਰਾ ਨਹੀਂ, ਮੈਨੂੰ ਇਸ ਚੀਜ਼ ਦਾ ਦੁੱਖ ਨਹੀਂ। ਮੈਨੂੰ ਇੱਕ ਹੋਰ ਵੱਡੀ ਗੱਲ ਦਾ ਦੁੱਖ ਹੈ। ਕਹਿੰਦੇ ਉਹ ਕੀ ਹੈ? ਕਹਿੰਦੇ ਉਹ ਮੈਨੂੰ ਇਹ ਦੁੱਖ ਹੈ ਕਿ ਜੇ ਮੋਦੀ ਨੇ ਇਸੇ ਤਰ੍ਹਾਂ, ਭਾਰਤ ਸਰਕਾਰ ਨੇ ਇਸੇ ਤਰ੍ਹਾਂ ਆਪਣਾ ਰਵੱਈਆ ਅੜੀਅਲ ਰੱਖਿਆ, ਸਿੱਖਾਂ ਨਾਲ ਦੁਸ਼ਮਣੀ ਵਧਾਈ ਗਏ, ਤੇ ਇੱਕ ਦਿਨ ਐਸਾ ਨਾ ਆ ਜਾਵੇ ਤੇ ਭਾਰਤ ਸਰਕਾਰ ਸਿੱਖਾਂ ਨੂੰ ਹੀ ਹਿੰਦੁਸਤਾਨ ਨਾਲ ਤੋੜ ਬੈਠੇ। ਉਹ ਕਹਿ ਰਿਹਾ ਇਹ ਗੱਲ ਸਚਾਈ ਹੈ। ਜੇ ਅੱਜ ਨਹੀਂ ਮੋਦੀ ਸਮਝੇਗਾ, ਅੱਜ ਮੋਦੀ ਦੇ ਨਾਲ ਦੇ ਕੈਬਨਿਟ ਮਿਨਿਸਟਰ ਨਹੀਂ ਸਮਝਣਗੇ, ਤੇ ਫਿਰ ਸਮਾਂ ਬੀਤਣ ਤੋਂ ਬਾਅਦ ਜਦੋਂ ਸਮਝਣਗੇ ਉਦੋਂ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਹੋਣਗੇ। ਜਿਹੜੀ ਸਰਕਾਰ ਹੈ ਉਹ ਇੱਕ ਵਿਚਾਰ ਦਾ ਰਸਤਾ ਕੱਢਣ ਨੂੰ ਫਿਰਦੀ ਹੈ। ਕਈ ਧਾਰਮਿਕ ਆਗੂਆਂ ਦੇ ਨਾਲ ਰਾਬਤੇ ਕਾਇਮ ਕਰ ਰਹੇ ਨੇ। ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ। ਉਹਨਾਂ ਨੇ ਮੀਟਿੰਗ ਵੀ ਕੀਤੀ ਸੀ। ਤਾਂ ਉਹਨਾਂ ਦੀ ਇਸ ਵਿਚੋਲਗੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਧਾਰਮਿਕ ਆਗੂਆਂ ਦਾ ਵਿਚੋਲਗੀ ਕਰਨਾ ਕਿਵੇਂ ਲੱਗਦਾ? ਦੇਖੋ, ਅੱਜ ਜਿਹੜੀ ਸਟੇਜ ਹੈ ਨਾ, ਹੁਣ ਅਸੀਂ ਇੱਕ ਪਾਸੇ ਜਿਹੜੇ 31 ਕਿਸਾਨ ਜਥੇਬੰਦੀਆਂ ਦੇ ਆਗੂ ਹੈ ਉਹਨਾਂ ਤੇ ਭਰੋਸਾ ਰੱਖਦੇ ਹਾਂ। ਉਹਨਾਂ ਦੀ ਸਿਆਣਪ ਤੇ ਵੀ ਅਸੀਂ ਉਹਨਾਂ ਦੀ ਦਾਤ ਦਿੰਦੇ ਹਾਂ। ਦੂਰ ਦ੍ਰਿਸ਼ਟੀ ਵਾਲੇ ਬੰਦੇ ਨੇ। ਇਸ ਵਾਸਤੇ ਅੱਜ ਦੇ ਦੌਰ ਵਿੱਚ ਇਹ ਵਿਚੋਲਗੀ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ। ਬਾਬਾ ਲੱਖਾ ਸਿੰਘ ਬਹੁਤ ਹੀ ਸਤਿਕਾਰਤ ਹਸਤੀ ਆ, ਧਾਰਮਿਕ ਬੰਦੇ ਆ, ਪਰ ਸਰਕਾਰਾਂ ਹਮੇਸ਼ਾ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਦਾ ਲੱਭਦੀਆਂ ਹੁੰਦੀਆਂ। ਕੱਲਾ ਬਾਬਾ ਲੱਖਾ ਸਿੰਘ ਨਹੀਂ, ਬਾਕੀ ਵੀ ਜਿੰਨੀਆਂ ਧਾਰਮਿਕ ਜਥੇਬੰਦੀਆਂ, ਧਾਰਮਿਕ ਵਿਅਕਤੀ ਆ ਜਾਂ ਰਾਜਨੀਤਿਕ ਵਿਅਕਤੀ ਵੀ ਆ, ਮੇਰੀ ਸਭ ਨੂੰ ਅਪੀਲ ਹੈ ਕਿ ਇਹ ਜਿਹੜਾ ਮਸਲਾ ਹੈ, ਇਹਨਾਂ 31 ਜਥੇਬੰਦੀਆਂ ਜਿਨ੍ਹਾਂ ਦੀ ਮੀਟਿੰਗ ਤੇ ਮੀਟਿੰਗ ਚੱਲ ਰਹੀ ਹੈ ਭਾਰਤ ਸਰਕਾਰ ਨਾਲ, ਇਹ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਨਾਲ ਕੋਈ ਅਪਰੋਚ ਕਰਦਾ ਵੀ ਹੈ ਤੇ ਉਹਨੂੰ ਇਹੀ ਸਿੱਖਿਆ ਦੇਣ, ਭਾਈ ਤੁਸੀਂ ਤਿੰਨੇ ਬਿੱਲ ਰੱਦ ਕਰ ਦਿਓ ਤੇ ਫਿਰ ਸਾਡੀ ਜ਼ਿੰਮੇਵਾਰੀ ਹੈ, ਅਸੀਂ ਕਿਸਾਨਾਂ ਨੂੰ ਆਪੇ ਸ਼ਾਂਤ ਕਰ ਲਾਂਗੇ। ਤੇ ਇਹ ਤੋਂ ਦੂਸਰੀ ਗੱਲ ਜਿਹੜੀ ਹੈ, ਜਿਹੜੀ ਵੀ ਤੁਸੀਂ ਵਿਚਲਾ ਰਾਹ ਕੱਢਣਾ ਹੈ, ਕੋਈ ਤੀਸਰਾ ਰਾਹ ਕੱਢਣਾ ਹੈ, ਉਹ ਤੁਸੀਂ ਕਿਸਾਨ ਜਥੇਬੰਦੀਆਂ ਨੇ ਬੈਠ ਕੇ ਕੱਢੋ। ਕਿਸਾਨ ਜਥੇਬੰਦੀਆਂ ਦੇ ਆਗੂ ਜਦੋਂ ਫੈਸਲਾ ਲੈ ਕੇ ਸਮੁੱਚੀ ਸੰਗਤ ਦੇ ਵਿੱਚ ਆ ਕੇ ਉਹ ਫੈਸਲੇ ਨੂੰ ਪ੍ਰਵਾਨਗੀ ਲੈਣਗੇ, ਉਦੋਂ ਬਾਅਦ ਸੰਘਰਸ਼ ਖਤਮ ਹੋਣਾ ਹੈ। ਕਿਸੇ ਇੱਕ ਵਿਅਕਤੀ ਨਾਲ, ਕਿਸੇ ਇੱਕ ਸੰਤ ਮਹਾਂਪੁਰਖਾਂ ਨਾਲ, ਇੱਕ ਕਿਸੇ ਧਾਰਮਿਕ ਵਿਅਕਤੀ ਨਾਲ ਗੱਲ ਕਰਨਾ, ਇਹ ਮਸਲਾ ਹੱਲ ਨਹੀਂ ਹੋਣਾ। ਇਸ ਕਰਕੇ ਕਿਸੇ ਵੀ ਬੰਦੇ ਨੂੰ ਇਹਦੇ ਚ ਵਿਚੋਲਗੀ ਕਰਨ ਦੀ ਪਹਿਲ ਕਦਮੀ ਨਹੀਂ ਕਰਨੀ ਚਾਹੀਦੀ। ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਜੋ ਰਾਬਤੇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਇਸ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ। ਕਿਸਾਨ ਜਥੇਬੰਦੀਆਂ ਉੱਤੇ ਉਹ ਫੈਸਲਾ ਛੱਡ ਰਹੇ ਨੇ। ਤਾਂ ਕੀ ਸਮਝਦੇ ਹੋ ਕਿ ਉਹਨਾਂ ਨੇ ਬੜਾ ਸੂਝ ਭਰਿਆ ਜਿਹੜਾ ਬਿਆਨ ਦਿੱਤਾ ਹੈ? ਮੈਂ ਸਮਝਦਾ ਕਿ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬੜੀ ਸਿਆਣਪ ਭਰਾ ਇਹ ਬਿਆਨ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਸੱਦਾ ਵੀ ਦਿੱਤਾ ਗਿਆ ਸੀ ਵੀ ਤੁਸੀਂ ਆ ਕੇ ਸਟੇਜ ਤੇ ਇੱਥੋਂ ਬੋਲੋ, ਤੁਸੀਂ ਆਪਣਾ ਸੰਦੇਸ਼ ਦਿਓ। ਉਹਨਾਂ ਨੇ ਕਿਹਾ ਕਿ ਇਹਨੂੰ ਕੋਈ ਹੋਰ ਰੰਗਤ ਨਾ ਦੇ ਦੇਣ, ਇਹਨੂੰ ਕੋਈ ਅਕਾਲ ਤਖਤ ਦਾ ਹੁਕਮ ਨਾ ਸਮਝ ਲੈਣ, ਇਹਨੂੰ ਕੋਈ ਧਾਰਮਿਕ ਰੰਗਤ ਨਾ ਦੇ ਦੇਣ। ਇਹ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਮਸਲਾ ਹੈ, ਤੁਸੀਂ ਇਹਨੂੰ ਕਿਸਾਨੀ ਤੱਕ ਸੀਮਿਤ ਰੱਖੋ, ਮੈਂ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਹਾਂ। ਤੇ ਇਸ ਤੋਂ ਬਾਅਦ ਜਦੋਂ ਸਰਕਾਰ ਨੇ ਪਹੁੰਚ ਕੀਤੀ ਉਹਨਾਂ ਤੱਕ, ਤੇ ਫਿਰ ਉਹਨਾਂ ਨੇ ਸਿਆਣਪ ਦੇ ਨਾਲ ਕਿਹਾ ਕਿ ਨਹੀਂ, ਇਹ ਮਸਲਾ ਉਹਨਾਂ ਨਾਲ ਹੀ ਵਿਚਾਰੋ ਜਿਹੜੇ ਸੰਘਰਸ਼ ਦੀ ਵਾਗਡੋਰ ਸਾਂਭ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। ਜੋ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਹੈ। ਇਹ ਸਿੰਘ ਸਾਹਿਬ ਜੀ ਦਾ ਬੜਾ ਸਿਆਣਪ ਭਰਿਆ ਫੈਸਲਾ। ਮੈਂ ਸਮਝਦਾ ਇਹੋ ਜਿਹੇ ਜਿਹੜੇ ਦੂਰ ਦ੍ਰਿਸ਼ਟੀ ਵਾਲੇ ਸਿੰਘ ਸਾਹਿਬ ਹੈ, ਅੱਜ ਉਹਨਾਂ ਦੀ ਲੋੜ ਹੈ, ਉਹ ਕੌਮ ਨੂੰ ਮਿਲੇ ਹੋਏ ਆ। ਤੇ
ਤੇ ਤੁਸੀਂ ਆਪਣੇ ਨਿੱਜੀ ਤੌਰ ਤੇ ਕੀ ਸੋਚਦੇ ਹੋ ਕਿ ਸਰਕਾਰ ਹੈ ਜਿਹੜੀ ਉਹ ਕਿਸ ਸਥਿਤੀ ਦੇ ਵਿੱਚ ਹੈ ਇਸ ਵਕਤ? ਦੇਖੋ ਮੈਂ ਇਹ ਸਮਝਦਾ ਹਿੰਦੁਸਤਾਨ ਜਿਹੜਾ ਨਾ ਇਹ ਇੱਕ ਪਲੰਬਰਦਾਰ ਹੈ ਡੈਮੋਕ੍ਰੇਸੀ ਦਾ, ਕਹਾਉਂਦਾ ਆਪਣੇ ਆਪ ਨੂੰ। 2-3 ਵਾਰੀ ਇਹਦਾ ਜਿਹੜਾ ਡੈਮੋਕ੍ਰੇਸੀ ਦਾ ਬੁਰਕਾ ਵਿਪਰਦ ਹੋਈ ਹੈ। ਇਹ ਬਲੂ ਸਟਾਰ ਵੇਲੇ ਵੀ ਹੋਈ, ਐਮਰਜੈਂਸੀ ਵੇਲੇ ਵੀ ਹੋਈ, ਅੱਜ ਫੇਰ ਦੇਖੋ ਡੈਮੋਕ੍ਰੇਟਿਕ ਦੇਸ਼, ਡੈਮੋਕ੍ਰੇਟਿਕ ਸਰਕਾਰਾਂ ਲਾਹਨਤਾਂ ਪਾ ਰਹੀਆਂ। ਮੈਂ ਉਹ ਚੰਗੇ ਢੰਗ ਨਾਲ ਪਾ ਰਹੀਆਂ, ਸਿਆਣੇ ਢੰਗ ਨਾਲ। ਦੇਖੋ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਟਰੂਡੋ ਨੇ ਕਿਹਾ ਕਿ ਜਿਹੜਾ ਠੀਕਰੀ ਦੇ ਜਾਂ ਦਿੱਲੀ ਦੇ 4 ਸਪੇਰੇ ਬਾਰਡਰਾਂ ਦੇ ਉੱਪਰ ਇੰਨਾ ਸ਼ਾਂਤਮਈ ਸੰਘਰਸ਼ ਸੱਤਿਆਗ੍ਰਹਿ ਚੱਲ ਰਿਹਾ ਹੈ, ਇਹ ਦੁਨੀਆ ਨੂੰ ਰਾਹ ਦਿਖਾਵਾ ਹੈ। ਇਹੋ ਜਿਹੇ ਸੰਘਰਸ਼ਾਂ ਦੀ ਜਿਹੜੀ ਗੱਲਬਾਤ ਹੈ ਤੁਰੰਤ ਭਾਰਤ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਯੂਐਨਓ ਦੇ ਵਿੱਚੋਂ ਇੱਕ ਲੈਟਰ ਜਾਰੀ ਹੋਇਆ ਬਕਾਇਦਾ, ਉੱਥੇ ਕਿਹਾ ਗਿਆ ਕਿ ਇਹ ਸੰਘਰਸ਼ ਦੇ ਨਾਲ ਸੰਬੰਧਿਤ ਗੱਲਾਂ ਵੱਲ ਗੌਰਮੈਂਟ ਹਿੰਦੁਸਤਾਨ ਦੀ ਨੂੰ ਧਿਆਨ ਦੇਣਾ ਚਾਹੀਦਾ ਹੈ। ਬਰਤਾਨੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਬੜੇ ਵੱਡੇ ਮੁਜ਼ਾਹਰੇ ਹੋਏ। ਅਮਰੀਕਾ ਦੇ ਐਮਪੀਆਂ ਨੇ ਰਲ ਕੇ ਕਿਹਾ ਕਿ ਮਸਲਾ ਹੱਲ ਹੋਣਾ ਚਾਹੀਦਾ ਹੈ। ਆਸਟ੍ਰੇਲੀਆ, ਇਟਲੀ, ਜਾਪਾਨ, ਫਰਾਂਸ, ਤੁਸੀਂ ਮੇਰੇ ਤੋਂ ਵੱਧ ਜਾਣਦੇ ਆ, ਸਾਰੇ ਦੇਸ਼ਾਂ ਦੇ ਵਿੱਚ ਉੱਥੋਂ ਦੇ ਐਮਪੀਆਂ ਦੀ ਅਗਵਾਈ ਦੇ ਵਿੱਚ ਮੁਜ਼ਾਹਰੇ ਹੋਏ ਆ ਕਿ ਇਦੋਂ ਵੱਡਾ ਜਿਹੜਾ ਪ੍ਰੈਸ਼ਰ ਨਹੀਂ ਪੈ ਸਕਦਾ। ਮੋਦੀ ਨੂੰ ਨੀਂਦ ਨਹੀਂ ਆਉਂਦੀ ਹੋਵੇਗੀ, ਉਹ ਲੱਖ ਉੱਪਰੋਂ ਬਣਿਆ ਫਿਰੇ, ਜੋ ਮਰਜ਼ੀ ਹੋ ਜੇ। ਹੁਣ ਦੇਖੋ 26 ਜਨਵਰੀ ਆ ਰਹੀ ਹੈ, 26 ਜਨਵਰੀ ਨੂੰ ਘੱਟੋ ਘੱਟ ਵੀ 20 ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਸਾਦੇ ਸੀ, ਐਰਕੀ ਸੱਦ ਲੈਣ, ਕੋਈ ਨਹੀਂ ਆਵੇਗਾ। ਦੇਖੋ ਅਮਰੀਕਾ ਦੇ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਵੀ ਇਸ ਹਾਲਾਤ 'ਚ ਅਸੀਂ ਨਹੀਂ ਆ ਸਕਦੇ। ਇਹ ਇੱਕ ਸੰਦੇਸ਼ ਆ ਉਹਨਾਂ ਵੱਲੋਂ ਬੜਾ ਸਪਸ਼ਟ ਵੀ ਤੁਸੀਂ ਆਹ ਸਮੱਸਿਆ ਹੱਲ ਕਰੋ, 26 ਜਨਵਰੀ ਦੀਆਂ ਤੁਸੀਂ ਖੁਸ਼ੀਆਂ ਬਾਅਦ 'ਚ ਮਨਾ ਲਿਓ। ਇਸ ਕਰਕੇ ਮੈਂ ਸਮਝਦਾ ਕਿ ਭਾਰਤ ਸਰਕਾਰ ਤੇ ਬੜਾ ਵੱਡਾ ਪ੍ਰੈਸ਼ਰ ਹੈ, ਔਰ ਮੈਂ ਵੀ ਸਮਝਦਾ ਕਿ ਇਹ ਲੋਕ ਕੋਈ ਦੁਸ਼ਮਣ ਨਹੀਂ ਗੇ, ਇਹ ਤੁਹਾਡੇ ਆਪਣੇ ਲੋਕ ਹੈ। ਇਹਦੇ ਵਿੱਚ ਕੋਈ ਝੁਕਣ ਵਾਲੀ ਗੱਲ ਨਹੀਂ, ਕੋਈ ਦਬਣ ਵਾਲੀ ਗੱਲ ਨਹੀਂ। ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਬੈਠ ਕੇ ਇਹ ਮਸਲਾ ਹੱਲ ਕਰਨਾ ਇਹ ਵਡੱਪਣ ਹੈ, ਇਹ ਮੋਦੀ ਸਰਕਾਰ ਨੂੰ ਤੁਰੰਤ ਕਰ ਲੈਣਾ ਚਾਹੀਦਾ। ਤੁਸੀਂ ਲੋਕਤੰਤਰ ਦੀ ਗੱਲ ਕੀਤੀ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ, ਪਰ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਕੀ ਲੱਗਦਾ ਹੈ ਕਿ ਦੇਸ਼ ਦੇ ਵਿੱਚ ਜਿਹੜਾ ਰਾਜ ਹੈ ਉਹ ਲੋਕਤਾਂਤਰਿਕ ਹੈ ਜਾਂ ਤਾਨਾਸ਼ਾਹੀ ਰਾਜ ਆ ਰਿਹਾ? ਦੇਖੋ ਅੱਜ ਜੇ ਪਿਛਲੇ 4 ਮਹੀਨਿਆਂ ਦੀ ਗੱਲ ਕਰੀਏ, ਬਲਕਿ ਇਦੋਂ ਹੀ ਪਿਛਲੀ ਗੱਲ ਕਰੀਏ, ਸਰਕਾਰ ਨੇ ਇੰਨੀ ਤਾਨਾਸ਼ਾਹੀ ਦਿਖਾਈ। ਇੱਥੇ ਬਾਬਰੀ ਮਸਜਿਦ ਤੋੜੀ, ਉਹ ਤੇ ਮੰਦਿਰ ਬਣਾਇਆ, ਧਾਰਾ 1970 ਜਿਹੜੀ ਸੀ ਕਸ਼ਮੀਰ ਦੀ ਖਤਮ ਕੀਤੀ, ਵੀ ਇੱਕ ਪਾਸੇ ਨੂੰ ਪਾੜ ਕੇ ਰੱਖੋ, ਮੁਸਲਮਾਨਾਂ ਨੂੰ ਦਬਾਓ। ਜਦੋਂ ਉਹਦੇ 'ਚ ਕਾਮਯਾਬ ਹੋ ਗਏ, ਉੱਥੋਂ ਦੇ ਮੁਸਲਮਾਨਾਂ ਨੂੰ ਨਜ਼ਰਬੰਦ ਕਰ ਦਿੱਤਾ, ਕਿਸੇ ਨੂੰ ਘਰ 'ਚ ਨਜ਼ਰਬੰਦ ਕਰਤਾ, ਕਿਸੇ ਨੂੰ ਜੇਲ੍ਹ 'ਚ ਕਰਤਾ। ਉਦੋਂ ਬਾਅਦ ਇਹਨਾਂ ਨੇ ਪੰਜਾਬ ਤੇ ਹੱਥ ਚੁੱਕਿਆ ਵੀ ਇਹਨਾਂ ਤੇ ਬਲੂ ਸਟਾਰ ਕਰਕੇ ਵੇਖ ਲਿਆ, ਇਹਨਾਂ ਦੀਆਂ 3 ਪੀੜ੍ਹੀਆਂ ਦੀ ਨਸਲ ਕੁਸਲੀ ਕਰਕੇ ਦੇਖ ਲਿਆ ਸੀ, ਯਤਨ ਕੀਤਾ। ਤੇ ਹੁਣ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰੋ, ਇਹਨਾਂ ਦੀਆਂ ਜ਼ਮੀਨਾਂ ਖੋਲੋ, ਇਹਨਾਂ ਨੂੰ ਘਸਿਆਰੇ ਬਣਾ ਦਿਓ, ਦੂਸਰਿਆਂ ਹੱਥਾਂ ਤੇ ਇਹ ਵੱਲ ਵੇਖਦੇ ਰਹਿ ਜਾਣ, ਸਵੈ ਨਿਰਭਰ ਨਾ ਰਹਿਣ। ਆਹ ਕਦਮ ਚੁੱਕਿਆ ਸੀ। ਪਰ ਇਹ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ, ਪੰਜਾਬ ਦੇ ਵਾਸੀ ਇੱਕ ਇਹੋ ਜਿਹੀ ਮਿੱਟੀ ਦੇ ਬਣੇ ਆ। ਇੱਥੇ ਅਬਦਾਲੀ ਵਰਗੇ ਵੀ ਆਏ, ਇੱਥੇ ਬੜੇ ਵੱਡੇ ਹੈਂਕੜ ਬਾਬਰ ਵਰਗੇ ਆਏ ਜਿਨ੍ਹਾਂ ਨੂੰ ਮੂੰਹ ਦੀ ਖਾਣੀ ਪਈ, ਹਮੇਸ਼ਾ ਵਰਗੇ ਤੇ ਲੋਧੀ ਵਰਗੇ ਆਏ ਜਿਨ੍ਹਾਂ ਦੇ ਨਾਲ 2 ਹੱਥ ਕੀਤੇ। ਇਸ ਕਰਕੇ ਮੋਦੀ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਮੈਂ ਜੋ ਕਹਿ ਦਿਆਂ ਉਹੀ ਹੋਏਗਾ। ਜੇ ਡੈਮੋਕ੍ਰੇਸੀ ਹੈ ਤੇ ਜਿਹੜੇ ਬਿੱਲ ਪਾਸ ਕੀਤੇ ਸੀ ਉਹਨਾਂ ਬਿੱਲਾਂ ਤੇ ਚਰਚਾ ਹੋਣੀ ਚਾਹੀਦੀ ਸੀ। ਸੰਸਦ ਦੇ ਵਿੱਚ ਕਿਹਾ ਗਿਆ ਕਿ ਆਹ ਬਿੱਲ ਹੈ ਜੀ, ਹਾਂਜੀ ਪਾਸ ਹੈ ਜੀ, ਆਹ ਬਿੱਲ ਹੈ ਜੀ, ਪਾਸ ਹੈ ਜੀ, ਕਿਉਂ ਬਹਿਸ ਨਹੀਂ ਹੋਈ? ਇਦੋਂ ਵੱਡੇ ਤਾਨਾਸ਼ਾਹ ਕੀ ਹੋ ਸਕਦੀ? ਹੋਰ ਇਹ ਪਿਛਲੇ ਕੁਝ ਸਮੇਂ ਤੋਂ, ਸਾਲ ਕੁ ਤੋਂ ਇਹ ਤਾਨਾਸ਼ਾਹੀ ਦਾ ਨੰਗਾ ਮੁਜ਼ਾਹਰਾ ਕਰ ਰਹੇ ਆ, ਜਿਹੜਾ ਕਿ ਸ਼ੋਭਦਾ ਨਹੀਂ, ਇੱਕ ਡੈਮੋਕ੍ਰੇਟਿਕ ਦੇਸ਼ ਵਾਸਤੇ ਬਿਲਕੁਲ ਘਾਤਕ ਹੋਵੇਗਾ। ਪਰ ਪਿਛਲੇ ਕੁਝ ਸਮੇਂ ਤੋਂ ਜਿੰਨੀ ਵੱਡੀ ਪੱਧਰ ਤੇ ਕਹਿ ਲਈਏ, ਉਨੀ ਵੱਡੀ ਪੱਧਰ ਤੇ ਹੀ ਤਾਨਾਸ਼ਾਹੀ ਦਾ ਮੁਜ਼ਾਹਰਾ ਕਰ ਰਹੀ ਹੈ ਮੋਦੀ ਸਰਕਾਰ। ਅਖੀਰਲਾ ਸਵਾਲ ਹੈ ਜੀ ਸਾਡਾ ਕਿ 15 ਤਰੀਕ ਦੀ ਜਿਹੜੀ ਮੀਟਿੰਗ ਹੈ ਉਸ ਤੋਂ ਕੀ ਉਮੀਦ ਰੱਖਦੇ ਹੋ ਕਿ ਹੱਲ ਬਣੇਗਾ ਜਾਂ ਹਜੇ ਇਹ ਸੰਘਰਸ਼ ਲੰਬਾ ਖਿੱਚਿਆ ਜਾਵੇਗਾ? ਦੇਖੋ ਇਹ ਤੇ ਗਵਰਨਮੈਂਟ ਦੇ ਹੱਥ 'ਚ ਹੈ, ਪਰ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਕੱਲ ਘਟਨਾ ਵਾਪਰੀ ਹੈ, ਖੱਟਰ ਦੇ ਨਾਲ ਵਾਪਰੀ ਹੈ, ਦੁਨੀਆ ਭਰ ਦੇ ਵਿੱਚੋਂ ਜੋ ਸੰਦੇਸ਼ ਆ ਰਹੇ ਆ, 26 ਜਨਵਰੀ ਸਿਰ ਤੇ ਆ ਰਹੀ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਮੈਨੂੰ ਲੱਗਦਾ ਕਿ ਸਿਆਣਪ ਦਾ ਸਬੂਤ ਦੇਣਗੇ ਤੇ ਇਹ ਆ ਵੀ ਰਿਐਲਿਟੀ ਨੂੰ ਸਮਝਣਗੇ ਕਿ ਕਿਸਾਨ ਸੜਕਾਂ ਤੇ ਪਏ ਆ, ਠੰਡ ਦਾ ਸਮਾਂ ਹੈ, ਬਰਸਾਤ ਲੰਘ ਕੇ ਹਟੀ ਹੈ। ਇਹਨਾਂ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਕਾਹਦੇ ਲਈ ਦੁਖੀ ਕਰ ਰਿਹਾ? ਮੈਨੂੰ ਲੱਗਦਾ ਕਿ ਉਹਨਾਂ ਨੂੰ ਬਹੁਤ ਇਸ ਗੱਲ ਦਾ ਅਹਿਸਾਸ ਹੋਊਗਾ। 15 ਤਰੀਕ ਦੀ ਸੰਭਾਵਨਾ ਰੱਖਣੀ ਚਾਹੀਦੀ ਕਿ ਕੋਈ ਮਸਲੇ ਦਾ ਹੱਲ ਹੋ ਜਾਊਗਾ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਤਾਂ ਅਸੀਂ ਗੱਲਬਾਤ ਕੀਤੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਨਾਲ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
ਉਹਨਾਂ ਨੇ ਆਪਣੇ ਕੀਮਤੀ ਵਿਚਾਰ ਅਤੇ ਸੰਘਰਸ਼ ਦੇ ਬਾਬਤ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ। ਤੁਸੀਂ ਸਿੱਖ ਚੈਨਲ ਦੇ ਨਾਲ ਬਣੇ ਰਹੋ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।